राग तनासरे महला पहला। गगन में थाल रव चंद दीपक बने, तारिका मंडल जनक मोती। धूप मल आनल पवन चवर करे, सगल बन राये फूलांत ज्योति। कैसी आरती होए भाव खंडना तेरी आरती, अनहता शब्द वाजंत पेरी। रहाओ। वाहिगुरु जी का खालसा वाहिगुरु जी की फतेह। धन धन सतगुरु गरीब नवाज साहिब श्री गुरु ग्रंथ ਸਾਹਿਬ महाराज अंग 13। ਰਾਗਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਸੋਹਿਲਾ ਸਾਹਿਬ ਬਾਣੀ ਦੇ ਅੰਤਰਗਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਤੀਸਰਾ ਬਚਨ ਰਾਗ ਧਨਾਸਰੀ ਦੇ ਵਿੱਚ। ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਇੱਥੇ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਗਗਨ ਮੈਂ ਥਾਲ ਮੰਮੇ ਨੂੰ ਦੋ ਲਾਈਆਂ ਨੇ। ਮੰਮਾ ਔਰ ਯਈਆ ਦਾ ਉਚਾਰਨ ਹੋਵੇਗਾ, ਇਹਨੂੰ ਮੈਂ ਨਹੀਂ ਪੜ੍ਹਨਾ। ਮੈਂ ਦਾ ਅਰਥ ਹੁੰਦਾ ਮਈ, ਮਈ ਭਾਵ ਰੂਪੀ। ਜਿਵੇਂ ਆਪਾਂ ਆਨੰਦਮਈ ਕਹਿੰਦੇ ਹਾਂ। ਗਗਨ ਮੈਂ ਥਾਲ, ਇਸ ਬਚਨ ਦੇ ਵਿੱਚ ਪਾਤਸ਼ਾਹ ਜੀ ਨੇ ਜਿਹੜੀ ਕਰਮਾਂ ਕਾਂਡਾਂ ਵਾਲੀ ਆਰਤੀ ਹੈ, ਉਸ ਆਰਤੀ ਦੇ ਬਿੰਬ ਦੀ ਵਰਤੋਂ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਕਿਰਤੀ ਦੇ ਵਿੱਚ, ਕੁਦਰਤ ਦੇ ਵਿੱਚ ਉਸ ਪਾਤਸ਼ਾਹ ਦੀ ਵਡਿਆਈ ਹਿੱਤ ਹੋ ਰਹੀ ਵਿਸ਼ਾਲ ਆਰਤੀ ਦੇ ਅਨੁਭਵ ਦੀ ਗੱਲ ਕੀਤੀ ਹੈ। ਜਿਵੇਂ ਆ ਦੁਨਿਆਵੀ ਆਰਤੀ ਦੇ ਵਿੱਚ ਥਾਲ ਵਰਤਿਆ ਜਾਂਦਾ, ਉਹਦੇ ਵਿੱਚ ਦੀਵੇ ਜਗਾ ਕੇ ਰੱਖੇ ਜਾਂਦੇ ਨੇ, ਉਹਦੇ ਵਿੱਚ ਫੁੱਲ ਰੱਖੇ ਜਾਂਦੇ ਨੇ ਔਰ ਉਹਦੇ ਵਿੱਚ ਧੂਫ ਲਾਈ ਜਾਂਦੀ ਹੈ, ਉਹਦੇ ਵਿੱਚ ਹੋਰ ਪੈਸੇ ਟਕੇ ਰੱਖਦੇ ਨੇ ਦਾਨ ਦਕਸ਼ਣਾ ਵਜੋਂ, ਜਾਂ ਫਿਰ ਹੀਰੇ ਜਵਾਹਰ ਰੱਖਿਆ ਕਰਦੇ ਸਨ ਜਿਹੜੇ ਰਾਜੇ ਮਹਾਰਾਜੇ ਸਨ। ਮਹਾਰਾਜ ਕਹਿੰਦੇ ਗਗਨ ਮੈਂ ਥਾਲ, ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਹਿੱਤ ਹੋ ਰਹੀ ਕੁਦਰਤ ਦੇ ਵਿੱਚ ਵੱਡੀ ਆਰਤੀ ਦੇ ਵਿੱਚ ਭਾਈ ਜਿਹੜਾ ਥਾਲ ਹੈ, ਉਹਦੇ ਗਗਨ ਰੂਪੀ ਥਾਲ ਹੈ। ਜਿਹੜਾ ਅੰਬਰ ਹੈ ਨਾ, ਆਕਾਸ਼ ਹੈ, ਇਹ ਤਾਂ ਮਾਨੋ ਅੰਬਰ ਰੂਪੀ ਥਾਲ ਹੈ, ਗਗਨਮਈ ਥਾਲ ਹੈ। ਔਰ ਦੀਵੇ ਕਿਹੜੇ ਨੇ ਮਾਰੇ? ਕਹਿੰਦੇ ਰਵ ਚੰਦ ਦੀਪਕ ਬਨੇ, ਦਿਨੇ ਸੂਰਜ ਰਵ ਅਤੇ ਰਾਤ ਨੂੰ ਚੰਦਰਮਾ ਮਾਰੇ। ਕਹਿੰਦੇ ਦੀਵੇ ਨੇ, ਦੀਵੇ ਅਕਾਲ ਪੁਰਖ ਵਾਹਿਗੁਰੂ ਦੀ ਵਿਸ਼ਾਲ ਆਰਤੀ ਦੇ ਵਿੱਚ। ਤਾਰਿਕਾ ਮੰਡਲ ਜਨਕ ਮੋਤੀ। ਤੇ ਹੋਰ ਇਸ ਵਿਸ਼ਾਲ ਆਰਤੀ ਦੇ ਵਿੱਚ ਗਗਨ ਰੂਪੀ ਥਾਲ ਦੇ ਵਿੱਚ ਮੋਤੀ ਪਤਾ ਕਿਹੜੇ ਰੱਖੇ ਨੇ? ਆ ਜਿਹੜਾ ਤਾਰਾ ਮੰਡਲ ਹੈ ਨਾ, ਤਾਰਾ ਮੰਡਲ, ਮੰਡਲ ਗੋਲਾਕਾਰ ਦਾਇਰੇ ਨੂੰ ਕਹਿ ਦਿੰਦੇ ਨੇ। ਜਿਵੇਂ ਵਿਸ਼ਾਲ ਹੈ ਖੰਡ ਬ੍ਰਹਿਮੰਡ, ਤੇ ਪਰ ਸਾਡੀ ਨਿਗਾਹ ਕਰਕੇ ਸਾਨੂੰ ਗੋਲ ਆਕਾਰ ਦੇ ਵਿੱਚ ਦੀਦਾ ਜਿਹੜਾ ਅੰਬਰ ਹੈ, ਜਿੱਥੋਂ ਤਾਈਂ ਸਾਡੀ ਨਿਗਾਹ ਜਾ ਸਕਦੀ ਹੈ। ਆ ਜਿੰਨਾ ਵੀ ਮਾਰੇ ਕਹਿੰਦੇ ਤਾਰਾ ਮੰਡਲ ਹੈ ਵਿਸ਼ਾਲ ਆਰਤੀ ਦੇ ਵਿੱਚ, ਮਾਨੋ ਗਗਨ ਰੂਪੀ ਥਾਲ ਦੇ ਵਿੱਚ ਇਹ ਮੋਤੀ ਪਏ ਨੇ। ਮੋਤੀ ਤਾਰਿਕਾ ਮੰਡਲ ਜਨਕ ਮੋਤੀ, ਭਾਵ ਕਹੇ ਭਾਈ ਇਹ ਜਿਹੜਾ ਤਾਰਾ ਮੰਡਲ ਹੈ ਨਾ, ਤਾਰਿਆਂ ਦੇ ਸਮੂਹ ਨੇ ਵਿਸ਼ੇਸ਼ ਗੋਲਾਕਾਰ ਦਾਇਰੇ ਦੇ ਵਿੱਚ ਮਾਰੇ। ਕਹਿੰਦੇ ਇਹਨਾਂ ਨੂੰ ਮੋਤੀ ਕਰਕੇ ਜਾਣੋ, ਜਨਕ ਮੋਤੀ ਭਾਵ ਇਹਨਾਂ ਨੂੰ ਮੋਤੀ ਕਰਕੇ ਜਾਣੋ ਵੱਡੀ ਆਰਤੀ ਦੇ ਵਿੱਚ। ਪਰ ਧੂਪ ਕਾਹਦੀ ਹੈ, ਚੌਰ ਕਾਹਦੀ ਹੋ ਰਹੀ ਹੈ, ਫੁੱਲ ਕਾਹਦੇ ਨੇ ਥਾਲ ਦੇ ਵਿੱਚ? ਮਹਾਰਾਜ ਕਹਿੰਦੇ ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਧੂਪ ਮਲ ਆਨ ਲੋ, ਮਲ ਆਨ ਲੋ ਅਰਥਾਤ ਕਿ ਮਲਿਆਗਿਰੀ ਪਹਾੜ ਜਿਹੜੇ ਨੇ ਨਾ, ਆ ਦੱਖਣ ਦੇ ਵਿੱਚ ਮਦਰਾਸ ਦੇ ਵਿੱਚ ਇੱਕ ਪਹਾੜਾਂ ਦੀ ਧਾਰਾ ਹੈ, ਉਹਦੇ ਉੱਪਰ ਚੰਦਨ ਦੇ ਬੂਟੇ ਹੁੰਦੇ ਨੇ। ਜਦੋਂ ਚੰਦਨ ਦੇ ਬੂਟਿਆਂ ਦੇ ਨਾਲ ਖਹਿ ਕੇ ਹਵਾ ਲੰਘਦੀ ਹੈ ਤੇ ਸੁਗੰਧੀਆਂ ਪਸਰਦੀਆਂ ਨੇ ਆਲੇ ਦੁਆਲੇ। ਇਹ ਮਾਨੋ ਧੂਪ ਲੱਗੀ ਹੋਈ ਹੈ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ ਦੇ ਵਿੱਚ। ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਤੇ ਚੌਰ ਕਿਹੜਾ ਹੋ ਰਿਹਾ ਵਿਸ਼ਾਲ ਆਰਤੀ ਦੇ ਵਿੱਚ? ਮਹਾਰਾਜ ਕਹਿੰਦੇ ਆ ਜਿਹੜਾ ਹਵਾ ਦੇ ਝੋਂਕੇ ਉੱਧਰੋਂ ਆਉਂਦੇ ਉੱਧਰ ਨੂੰ ਚਲੇ ਜਾਂਦੇ, ਕੋਈ ਹਵਾ ਦਾ ਬੁੱਲਾ ਇੱਧਰੋਂ ਆਇਆ ਉੱਧਰ ਨੂੰ ਚਲੇ ਗਿਆ।
ਇਹ ਮਾਨੋ ਚਬਰ ਹੋ ਰਿਹਾ। ਚਬਰ ਅਕਾਲ ਪੁਰਖ ਵਾਹਿਗੁਰੂ ਦੀ ਵਿਸ਼ਾਲ ਆਰਤੀ ਦੇ ਵਿੱਚ ਮਹਾਰਾਜ ਕਹਿੰਦੇ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ। ਤੇ ਮਹਾਰਾਜ ਕਹਿੰਦੇ ਜੋਤੀ ਸਰੂਪ ਪਰਮੇਸ਼ਰ ਦੀ ਜਿੰਨੀ ਵੀ ਬਨਸਪਤੀ ਹੈ ਨਾ ਸਗਲ ਬਨ ਰਾਏ ਆ ਸਾਰੀ ਬਨਸਪਤੀ ਮਹਾਰਾਜ ਕਹਿੰਦੇ ਮਾਨੋ ਫੁੱਲ ਨੇ। ਫੁੱਲ ਥਾਲ ਵਿਚਲੇ ਪਾਤਸ਼ਾਹ ਦੀ ਵਿਸ਼ਾਲ ਆਰਤੀ ਵਾਲੇ ਗਗਨ ਰੂਪੀ ਥਾਲ ਦੇ ਵਿੱਚ ਆ ਜਿੰਨੇ ਵੀ ਬਨਸਪਤੀ ਹੈ ਮਾਨੋ ਫੁੱਲ ਖਿੜੇ ਨੇ। ਫੁੱਲ ਜਿਵੇਂ ਆਰਤੀ ਵਾਲੇ ਥਾਲ 'ਚ ਫੁੱਲ ਰੱਖੇ ਹੁੰਦੇ ਨੇ। ਤੇ ਪਾਤਸ਼ਾਹ ਕਹਿੰਦੇ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੈਰੀ ਰਹਾਓ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਤੇ ਹੋਰ ਐਡੀ ਵਿਸ਼ਾਲ ਆਰਤੀ ਦੇ ਅਨੁਭਵ ਨੂੰ ਛੱਡ ਕੇ ਹੋਰ ਮਹਾਰਾਜ ਕਹਿੰਦੇ ਕਿਹੋ ਜਿਹੀ ਆਰਤੀ ਹੋ ਸਕਦੀ ਹੈ ਤੇਰੀ। ਭਾਵ ਖੰਡਨਾ ਭਾਵ ਕਹਿੰਦੇ ਨੇ ਹੋਂਦ ਹਸਤੀ ਨੂੰ, ਐਗਜ਼ਿਸਟੈਂਸ ਨੂੰ ਕਹਿੰਦੇ ਨੇ ਭਾਵ। ਤੇ ਭਾਵ ਖੰਡਨ ਤੋਂ ਭਾਵ ਹੁੰਦਾ ਹੈ ਕਿ ਜਨਮ ਮਰਨ ਦੇ ਦੁੱਖ ਨੂੰ ਕੱਟਣ ਵਾਲਾ, ਸਾਡੀ ਹਸਤੀ ਨੂੰ ਮੇਟਣ ਵਾਲਾ। ਭਾਵ ਸਾਡੀ ਹੋਂ ਨੂੰ, ਸਾਡੀ ਹਉਮੈ ਨੂੰ, ਸਾਡੇ ਘੁਮੰਡ ਨੂੰ, ਗੁਰੂਰ ਨੂੰ ਜਾਂ ਵੱਖਰੀ ਹੋਂਦ ਹਸਤੀ ਦਾ ਜਿਹੜਾ ਅਹਿਸਾਸ ਸਾਡੇ ਅੰਦਰ ਉਹਨੂੰ ਖਤਮ ਕਰਨੇ ਵਾਲਾ ਭਾਵ ਖੰਡਨ ਹੁੰਦਾ ਹੈ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਇਹ ਡਰ ਦਾ ਵਿਨਾਸ਼ ਕਰਨੇ ਵਾਲੇ, ਜੰਮਣ ਮਰਨ ਦੇ ਦੁੱਖ ਨੂੰ ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੀ ਐਡੀ ਵਿਸ਼ਾਲ ਆਰਤੀ ਦੇ ਅਹਿਸਾਸ ਨੂੰ ਛੱਡ ਕੇ ਹੋਰ ਤੇਰੀ ਕਿਹੜੀ ਆਰਤੀ ਹੋ ਸਕਦੀ ਹੈ। ਭਾਵ ਹੋਰ ਤਾਂ ਕੋਈ ਆਰਤੀ ਹੋ ਹੀ ਨਹੀਂ ਸਕਦੀ ਇੰਨੀ ਵਿਸ਼ਾਲ ਆਰਤੀ ਦੇ ਅਨੁਭਵ ਨੂੰ ਛੱਡ ਕੇ। ਅਨਹਤਾ ਸ਼ਬਦ ਵਜੰਤ ਭੈਰੀ ਰਹਾਓ। ਭੈਰੀ ਅਸਲ ਦੇ ਵਿੱਚ ਨਫੀਰੀ ਦੇ ਨਾਲ ਵੱਜਣ ਵਾਲੇ ਛੋਟੇ ਟਮਕ ਨੂੰ ਕਹਿੰਦੇ ਨੇ, ਨਗਾਰੇ ਨੂੰ ਕਹਿੰਦੇ ਨੇ ਛੋਟੇ ਨੂੰ, ਜਿਹੜਾ ਤੂਤੀਆਂ ਦੇ ਨਾਲ ਵੱਜਦਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਆਰਤੀ ਸੰਪੂਰਨ ਹੁੰਦੀ ਸੀ ਤੇ ਕਰਮੀ ਕਾਂਡੀ ਲੋਕ ਕੋਈ ਵਾਜੇ ਗਾਜੇ ਵਜਾਇਆ ਕਰਦੇ ਸਨ ਜ਼ੋਰਾਂ ਸ਼ੋਰਾਂ ਦੇ ਨਾਲ, ਕੋਈ ਸੰਖ ਪੂਰਨਾ ਜਾਂ ਹੋਰ ਵਾਜੇ ਵਜਾਉਣੇ ਧਾਤ ਦੇ, ਮਿੱਟੀ ਦੇ, ਚੰਮ ਦੇ ਵਗੈਰਾ। ਤੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਵਿਸ਼ਾਲ ਆਰਤੀ ਦੇ ਦੌਰਾਨ ਆ ਜਿਹੜਾ ਅਨਹਤ ਸ਼ਬਦ ਵੱਜ ਰਿਹਾ ਨਾ, ਹੱਤਿਆ ਤੋਂ ਰਹਿਤ, ਜਿਹੜਾ ਇੱਕ ਰਾ ਸ਼ਬਦ ਅਨਾਦ ਔਰ ਅਨੰਤ ਹੈ, ਜਿਹੜਾ ਸਦਾ ਹੀ ਵੱਜਦਾ ਹੈ। ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਵੀ ਵੱਜਦਾ ਸੀ, ਮਹਾਂਪਰਲੋ ਤੋਂ ਬਾਅਦ ਵੀ ਜਿਹੜਾ ਵੱਜਦਾ ਰਹਿਣਾ ਹੈ। ਮਹਾਰਾਜ ਕਹਿੰਦੇ ਉਹੀ ਮਾਨੋ ਭੈਰੀ ਵੱਜ ਰਹੀ ਹੈ ਤੇਰੀ ਆਰਤੀ ਦੇ ਵਿੱਚ, ਵਿਸ਼ਾਲ ਆਰਤੀ ਦੇ ਵਿੱਚ। ਔਰ ਰਹਾਓ ਤੋਂ ਉਪਰੰਤ ਅਗੋ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ। ਕਹਿੰਦੇ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਾਨ ਏਕ ਪਦ ਗੰਧ ਬਿਨਾ ਸਹਸ ਤਵ ਗੰਧ ਏਵ ਚਲਤ ਮੋਹੀ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ। ਮਹਾਰਾਜ ਕਹਿੰਦੇ ਹਜ਼ਾਰਾਂ ਹੀ ਨੇਤਰ ਨੇ ਤੇਰੇ। ਸਹਸ ਕਹਿੰਦੇ ਹਜ਼ਾਰ ਨੂੰ, ਤਵ ਕਹਿੰਦੇ ਤੇਰੇ ਨੂੰ, ਨੈਣ ਕਹਿੰਦੇ ਨੇਤਰਾਂ ਨੂੰ। ਇਹ ਅਕਾਲ ਪੁਰਖ ਵਾਹਿਗੁਰੂ ਜੀ ਆ ਹਜ਼ਾਰਾਂ ਨੇਤਰ ਤੇਰੇ ਹੀ ਨੇ। ਆ ਜਿੰਨੇ ਵੀ ਸਰੂਪ ਨੇ ਸਾਰਿਆਂ ਦੇ ਜਿਹੜੇ ਨੇਤਰ ਨੇ ਮਾਨੋ ਤੇਰੇ ਹੀ ਨੇਤਰ ਨੇ। ਨਾਨਾ ਨੈਣ ਹੈ ਤੋਹੇ ਕੋ। ਪਰ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਇੱਕ ਵੀ ਨੇਤਰ ਨਹੀਂ। ਤੇਰੇ ਨਿਰਗੁਣ ਸਰੂਪ ਦੇ ਵਿੱਚ, ਸਰਗੁਣ ਦੇ ਵਿੱਚ ਹਜ਼ਾਰਾਂ ਨੇਤਰ ਤੇਰੇ ਹੀ ਨੇ। ਕਹਿੰਦੇ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਨਾ ਏਕ ਤੋਹੀ। ਸਹਸ ਮੂਰਤ ਹਜ਼ਾਰਾਂ ਮੂਰਤਾਂ ਤੇਰੀਆਂ ਹੀ ਨੇ ਪਾਤਸ਼ਾਹ ਜੀ। ਜਿੰਨੇ ਵੀ ਸਰੂਪ, ਜਿੰਨੇ ਵੀ ਤਨ, ਜਿੰਨੀਆਂ ਵੀ ਦੇਹਾਂ ਦੇਖਦੇ ਹਾਂ ਅਸੀਂ, ਇਹ ਤੇਰੀਆਂ ਹੀ ਮੂਰਤਾਂ ਨੇ ਮਾਨੋ। ਨਨਾ ਏਕ ਤੋਹੀ। ਪਰੰਤੂ ਫੇਰ ਵੀ ਮਹਾਰਾਜ ਕਹਿੰਦੇ ਤੇਰੇ ਨਿਰਗੁਣ ਸਰੂਪ ਦੇ ਵਿੱਚ ਤੇਰੀ ਇੱਕ ਵੀ ਮੂਰਤ ਨਹੀਂ। ਤੂੰ ਅਮੂਰਤ ਹੈ, ਅਦ੍ਰਿਸ਼ਟ ਹੈ ਤੂੰ। ਮਹਾਰਾਜ ਕਹਿੰਦੇ ਸਹਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ। ਸਹਸ ਪਦ ਬਿਮਲ, ਬਿਮਲ ਕਹਿੰਦੇ ਮੈਲ ਤੋਂ ਰਹਿਤ ਪਵਿੱਤਰ, ਪਦ ਕਹਿੰਦੇ ਪੈਰਾਂ ਨੂੰ, ਸਹਸ ਹਜ਼ਾਰਾਂ ਨੂੰ। ਆ ਹਜ਼ਾਰਾਂ ਪਵਿੱਤਰ ਪੈਰ ਤੇਰੇ ਨੇ, ਮੈਲ ਤੋਂ ਰਹਿਤ ਬਿਮਲ ਭਾਵ ਨਿਰਮਲ ਪਦ ਤੇਰੇ ਨੇ ਪਾਤਸ਼ਾਹ ਜੀ। ਨਾਨ ਏਕ ਪਦ, ਪਰ ਤੇਰਾ ਇੱਕ ਵੀ ਪੈਰ ਨਹੀਂ। ਮਹਾਰਾਜ ਜੀ ਤੂੰ ਤੇ ਅਰੂਪ ਹੈ। ਗੰਧ ਬਿਨ ਸਹਸ ਤਵ ਗੰਧ, ਗੰਧ ਬਿਨ ਹੈ ਨੱਕ ਤੋਂ ਬਿਨਾ। ਸਹਸ ਤਵ ਗੰਧ, ਹਜ਼ਾਰਾਂ ਨੱਕ ਤੇਰੇ ਹੀ ਨੇ ਜਿੰਨੇ ਵੀ ਸਰੂਪ ਨੇ। ਬੇਸ਼ੱਕ ਤੇਰੇ ਨਿਰਗੁਣ ਸਰੂਪ ਦੇ ਵਿੱਚ ਇੱਕ ਵੀ ਨੱਕ ਨਹੀਂ ਤੇਰਾ, ਪਰ ਪਾਤਸ਼ਾਹ ਜੀ ਆ ਸਾਰੇ ਹਜ਼ਾਰਾਂ ਲੱਖਾਂ ਕਰੋੜਾਂ ਨੱਕ ਤੇਰੇ ਹੀ ਨੇ।
ਇਵ ਚਲਤ ਮੋਹੀ। ਤੇ ਪਾਤਸ਼ਾਹ ਕਹਿੰਦੇ ਤੇਰਾ ਇਹੀ ਚਲਿੱਤਰ ਸਾਨੂੰ ਮੋਹੀ ਜਾਂਦਾ ਪਾਤਸ਼ਾਹ ਜੀ। ਸੋ ਅੱਗੋਂ ਤੀਸਰੇ ਚਰਨ ਦੇ ਵਿੱਚ ਬਚਨ ਦੇ ਤੀਸਰੇ ਚਰਨ 'ਚ ਮਹਾਰਾਜ ਕਿਰਪਾ ਕਰਨ ਲੱਗੇ। ਕਹਿੰਦੇ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਸਭ ਮਹਿ ਜੋਤ ਜੋਤ ਹੈ ਸੋਏ। ਸਾਰੇ ਸਰੀਰਾਂ ਦੇ ਅੰਦਰ ਜੋਤ ਹੈ। ਤੇ ਜੋਤ ਪਤਾ ਕੌਣ ਹੈ? ਜੋਤ ਹੈ ਸੋਏ ਭਾਈ ਜੋਤ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਚੇਤਨ ਬ੍ਰਹਮ ਜੋਤ ਬਣ ਕੇ ਬੈਠਾ ਸਾਰੇ ਸਰੀਰਾਂ ਦੇ ਵਿੱਚ। ਮਹਾਰਾਜ ਕਹਿੰਦਾ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਾਨਣ ਦੇ ਸਦਕਾ, ਪ੍ਰਕਾਸ਼ ਦੇ ਸਦਕਾ, ਨੂਰ ਦੇ ਸਦਕਾ ਹੀ ਸਾਰਿਆਂ ਦੇ ਵਿੱਚ ਚਾਨਣ ਹੁੰਦਾ, ਸਰੀਰਾਂ ਦੇ ਵਿੱਚ ਵੀ ਔਰ ਬ੍ਰਹਮੰਡੀ ਵਜੂਦਾਂ ਦੇ ਵਿੱਚ ਵੀ। ਜਿਵੇਂ ਪਾਤਸ਼ਾਹ ਕਹਿੰਦੇ ਨਾ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਆਹ ਸੂਰਜਾਂ ਦੇ ਸੂਰਜ ਤੈਨੂੰ ਸਾਡੀ ਨਮਸਕਾਰ, ਚੰਦਰਮਿਆਂ ਦੇ ਚੰਦਰਮੇ ਤੈਨੂੰ ਸਾਡੀ ਨਮਸਕਾਰ। ਸੂਰਜਾਂ ਦੇ ਵਿੱਚ ਤੇਜ ਵੀ ਉਹਦੇ ਵਿੱਚੋਂ ਆਇਆ, ਚੰਦਰਮਿਆਂ ਦੇ ਵਿੱਚ, ਤਾਰਿਆਂ ਦੇ ਵਿੱਚ, ਜੀਵਾਂ ਦੇ ਵਿੱਚ। ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਸ ਦੇ ਪ੍ਰਕਾਸ਼ ਤੋਂ ਹੀ ਸਾਰਿਆਂ ਦੇ ਵਿੱਚ ਪ੍ਰਕਾਸ਼ ਹੋਇਆ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ। ਤੇ ਗੁਰੂ ਮਹਾਰਾਜ ਜੀਆਂ ਦੀ ਸਿੱਖਿਆ ਦੇ ਦੁਆਰਾ ਜੋਤ ਪ੍ਰਗਟ ਹੁੰਦੀ। ਜੋਤ ਤੇ ਸਾਰਿਆਂ ਦੇ ਵਿੱਚ ਹੀ ਹੈ ਪਰ ਗੁਪਤ ਹੈ। ਪ੍ਰਗਟ ਕਿਵੇਂ ਹੁੰਦੀ? ਗੁਰੂ ਮਹਾਰਾਜ ਜੀਆਂ ਦੀ ਸਿੱਖਿਆ ਗ੍ਰਹਿਣ ਕਰੀਏ ਤਾਂ ਮਾਰੇ ਕਹਿੰਦੇ ਜੋਤ ਪ੍ਰਗਟ ਹੁੰਦੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਔਰ ਅਸਲ ਦੇ ਵਿੱਚ ਜੋ ਤੁਹਾਨੂੰ ਭਾਉਂਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ, ਉਹੋ ਹੀ ਤੁਹਾਡੀ ਸ੍ਰੇਸ਼ਟ ਆਰਤੀ ਹੁੰਦੀ ਹੈ। ਉਹੋ ਹੀ ਤੁਹਾਡੀ ਸਭ ਤੋਂ ਉੱਤਮ ਆਰਤੀ ਹੈ। ਜੋ ਤਿਸ ਭਾਵੈ, ਜੋ ਆਪ ਜੀ ਨੂੰ ਭਾਉਂਦਾ, ਜੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਉਂਦਾ ਹੈ, ਸੋ ਆਰਤੀ ਹੋਏ। ਉਹੀ ਸ੍ਰੇਸ਼ਟ ਆਰਤੀ ਹੁੰਦੀ ਹੈ। ਮਹਾਰਾਜ ਕਹਿੰਦੇ ਸੋ ਸ਼ਬਦ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ। ਕਹਿੰਦੇ ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਨੰਦ ਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਏ ਵਾਸਾ। ਹਰ ਚਰਨ ਕਵਲ ਮਕਰੰਦ। ਮਹਾਰਾਜ ਕਹਿੰਦੇ ਹਰੀ ਦੇ ਕਮਲ ਦੇ ਫੁੱਲਾਂ ਵਰਗੇ ਚਰਨਾਂ ਦੀ ਜਿਹੜੀ ਮਕਰੰਦ ਭਾਵ ਧੂੜ ਹੈ ਨਾ, ਰਾਜ ਰੂਪੀ ਸ਼ਹਿਦ ਹੈ ਜਿਹੜਾ ਸ਼ਹਿਦ, ਲੋਭਿਤ ਮਨੋ ਤੇ ਮੇਰਾ ਮਨ ਰੂਪੀ ਭੌਰਾ ਲੁਭਾਇਮਾਨ ਹੋ ਰਿਹਾ। ਹਰੀ ਦੇ ਚਰਨਾਂ ਰੂਪੀ ਕਮਲਾਂ ਦੇ ਫੁੱਲਾਂ 'ਚ ਜਿਹੜੀ ਮਕਰੰਦ ਰੂਪੀ ਸ਼ਹਿਦ ਹੈ, ਰਸ ਹੈ ਜਿਹੜਾ, ਉਹਦੇ ਪ੍ਰਤੀ ਮੇਰਾ ਮਨ ਰੂਪੀ ਭੌਰਾ ਜਿਹੜਾ ਨਾ ਲੁਭਾਇਮਾਨ ਹੋ ਰਿਹਾ। ਜਿਵੇਂ ਫੁੱਲ ਦੇ ਵਿੱਚ ਭੌਰਾ ਜਿਹੜਾ ਉਹ ਕੈਦ ਹੋ ਜਾਂਦਾ, ਉਹਦੀ ਵਾਸ਼ਨਾ ਦਾ ਮੰਤਰ ਮੁਗਧ ਹੋਇਆ, ਉਹਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਸੂਰਜ ਛਿਪਿਆ, ਕਮਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ। ਮੈਂ ਮੇਰਾ ਮਨ ਵੀ ਲੁਭਾਇਮਾਨ ਹੋ ਰਿਹਾ ਮਹਾਰਾਜ ਜੀ ਤੁਹਾਡੇ ਚਰਨ ਕਮਲਾਂ ਦੀ ਮਕਰੰਦ ਦੇ ਨਾਲ। ਔਰ ਮਹਾਰਾਜ ਕਹਿੰਦੇ ਅਨ ਦਿਨੋਂ ਮੋਹਿ ਆਹੀ ਪਿਆਸਾ। ਅਨ ਦਿਨੋਂ ਦੇ ਨੰਨੇ ਨੂੰ ਔਂਕੜ ਵੀ ਲੱਗਾ ਔਰ ਹੋੜਾ ਵੀ ਲੱਗਾ। ਇਹਦਾ ਮਤਲਬ ਹੈ ਕਿ ਮੂਲ ਰੂਪ ਦੇ ਵਿੱਚ ਤੇ ਅਨ ਦੇ ਨਹੀਂ ਹੈ ਸ਼ਬਦ, ਔਰ ਸ਼ਬਦ ਦੀ ਚਾਲ ਨੂੰ ਮੁੱਖ ਰੱਖਦੇ ਹੋਏ ਨੰਨੇ ਨੂੰ ਹੋੜਾ ਲਾਇਆ ਹੈ। ਉਚਾਰਨ ਹੋੜਾ ਹੋਵੇਗਾ, ਅਰਥ ਕਰਨ ਲੱਗਿਆ ਅਨ ਦਿਨ ਹੀ ਹੋਵੇਗਾ। ਅਨ ਦਿਨੋਂ ਮੋਹਿ ਆਹੀ ਪਿਆਸਾ। ਤੇ ਅਨ ਕਹੀਏ ਰਾਤ ਨੂੰ, ਦਿਨ ਕਹੀਏ ਦਿਨ ਨੂੰ। ਰਾਤ ਦਿਨ ਭਾਵੇਂ ਕਟਾਕੇ ਇੱਕ ਰਸ ਲਗਾਤਾਰ ਮੈਨੂੰ ਇਹੋ ਹੀ ਪਿਆਸ, ਇਹੋ ਹੀ ਤੇ ਲੱਗੀ ਰਹਿੰਦੀ ਹੈ। ਤੁਹਾਡੇ ਚਰਨ ਕਮਲਾਂ ਦੀ ਮਕਰੰਦ ਦੀ ਮੇਰੇ ਮਨ ਰੂਪੀ ਭੌਰੇ ਨੂੰ ਪਿਆਸ ਲੱਗੀ ਰਹਿੰਦੀ ਹੈ ਪਾਤਸ਼ਾਹ ਜੀ। ਔਰ ਮਾਰੇ ਕਹਿੰਦੇ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ। ਕਿਰਪਾ ਕਰਕੇ ਮੈਨੂੰ ਸਾਰਿੰਗ ਭਾਵ ਜੀਵ ਰੂਪੀ ਜਗਿਆਸੂ ਰੂਪੀ ਪਪੀਹੇ ਨੂੰ ਮਹਾਰਾਜ ਜੀ ਆਪਣਾ ਨਾਮ ਰੂਪੀ ਜਲ ਬਖਸ਼ੋ, ਸਵਾਂਤੀ ਬੂੰਦ ਬਖਸ਼ੋ ਮੈਨੂੰ ਪਾਤਸ਼ਾਹ ਜੀ। ਹੋਏ ਜਾਤੇ ਤੇਰਾ ਨਾਏ ਵਾਸਾ। ਇਹਨੂੰ ਜਾਤੇ ਨਹੀਂ ਪੜ੍ਹਨਾ। ਔਰ ਜਿਹੜੀ ਨਾਮ ਰੂਪੀ ਜਲ ਦੀ ਬੂੰਦ ਦੇ ਸਦਕਾ ਤੇਰੇ ਨਾਮ ਦੇ ਵਿੱਚ ਮੇਰਾ ਵਾਸਾ ਹੋ ਜਾਵੇ ਮਹਾਰਾਜ ਜੀ, ਮੈਨੂੰ ਉਹ ਆਪਣੀ ਨਾਮ ਰੂਪੀ ਬੂੰਦ ਬਖਸ਼ੋ ਜੀ। ਸੋ ਮਹਾਰਾਜ ਕਹਿੰਦੇ ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਨੰਦ ਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਹੋਏ ਜਾਤੇ ਤੇਰਾ ਨਾਏ ਵਾਸਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।